ਹੈਲੋ ਸਟੂਡੈਂਟਸ, ਵੈਲਕਮ ਟੂ ਆਰ YouTube ਚੈਨਲ ਕੀ ਪੁਆਇੰਟ। ਜਿਵੇਂ ਕਿ ਤੁਹਾਨੂੰ ਪਤਾ ਹੈ, ਆਪਾਂ ETT ਕੈਡਰ ਦੀਆਂ ਪੋਸਟਾਂ ਲਈ ਜਿਹੜਾ ਬੈਚ ਸਟਾਰਟ ਕੀਤਾ ਹੋਇਆ ਸੀਗਾ। ਸੋ ਅੱਜ ਆਪਾਂ ਜਿਹੜਾ ਫਿਜ਼ਿਕਸ ਵਿੱਚ ਲਾਈਟ ਰਿਫਲੈਕਸ਼ਨ ਅਤੇ ਰਿਫਰੈਕਸ਼ਨ ਚੈਪਟਰ ਸੀ, ਉਹਦਾ ਸੈਕਿੰਡ ਪਾਰਟ ਕਰਾਂਗੇ। ਸੋ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ। ਪਾਰਟ 1 ਵਿੱਚ ਆਪਾਂ ਜਿਹੜੇ ਕਨਕੇਵ ਮਿਰਰ ਦੇ ਰੇ ਡਾਇਗਰਾਮਸ ਕਿਵੇਂ ਬਣਾਈ ਦੇ ਨੇ, ਉਹਨਾਂ ਦੇ ਕੁਝ ਰੂਲਸ ਡਿਸਕਸ ਕੀਤੇ ਸੀਗੇ। ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀਗੀ, ਉਹ ਡਿਸਕ੍ਰਿਪਸ਼ਨ ਬਾਕਸ ਵਿੱਚ ਜਾ ਕੇ ਲਿੰਕ ਤੋਂ ਉਸ ਵੀਡੀਓ ਨੂੰ ਦੇਖ ਸਕਦੇ ਆ। ਸੋ ਅੱਜ ਆਪਾਂ ਜਿਹੜਾ ਕੀ ਹੈ, ਰੇ ਡਾਇਗਰਾਮਸ ਫੋਰਮਡ ਬਾਈ ਕਨਕੇਵ ਮਿਰਰ, ਯਾਨੀ ਕਨਕੇਵ ਮਿਰਰ ਨਾਲ ਜਿਹੜੀਆਂ ਰੇ ਡਾਇਗਰਾਮਸ ਬਣਦੀਆਂ ਉਹ ਆਪਾਂ ਦੇਖਾਂਗੇ ਕਿਵੇਂ ਬਣਦੀਆਂ। ਫਸਟ ਆਪਾਂ ਦੇਖਾਂਗੇ ਐਟ ਇਨਫਿਨਿਟੀ। ਜਦੋਂ ਕੋਈ ਵੀ ਓਬਜੈਕਟ ਇਨਫਿਨਿਟੀ 'ਤੇ, ਯਾਨੀ ਜਿਹੜਾ ਓਬਜੈਕਟ ਹੈ ਮਿਰਰ ਤੋਂ ਬਹੁਤ ਦੂਰ ਪਿਆ ਹੋਵੇ, ਤਾਂ ਉਦੋਂ ਕਿਵੇਂ ਦੀ ਇਮੇਜ ਬਣੇਗੀ ਉਹ ਦੇਖਦੇ ਹਾਂ। ਇਨਫਿਨਿਟੀ ਯਾਨੀ ਜਿਹੜਾ ਕੀ ਹੈ, ਇਹ ਜਿਹੜਾ ਓਬਜੈਕਟ ਹੋਏਗਾ ਉਹ ਬਹੁਤ ਦੂਰ, ਯਾਨੀ ਕਰਵੇਚਰ ਤੋਂ ਵੀ ਪਿੱਛੇ ਹੋਏਗਾ, ਯਾਨੀ ਕਰਵੇਚਰ ਤੋਂ ਵੀ ਪਿੱਛੇ ਹੋਏਗਾ। ਇੱਥੇ ਆਪਾਂ ਮੰਨ ਲੈਂਦੇ ਹਾਂ ਜਿਹੜਾ ਓਬਜੈਕਟ ਪਿਆ, ਠੀਕ ਹੈ। ਫਸਟ ਤੋਂ ਪਹਿਲਾਂ ਜਿਹੜੀਆਂ ਆਪਾਂ ਰੂਲਸ ਦੇਖੇ ਸੀਗੇ, ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਉਸ ਓਬਜੈਕਟ ਤੋਂ ਜਿਹੜੀ ਪੈਰਲਲ ਇੱਕ ਰੇ ਆ ਰਹੀ ਹੈ ਤਾਂ ਉਹ ਕਿਹਦੇ 'ਚੋਂ ਜਾਏਗੀ, ਫੋਕਸ 'ਚੋਂ ਪਾਸ ਆਊਟ ਹੋ ਕੇ ਜਾਏਗੀ, ਠੀਕ ਹੈ। ਫਿਰ ਸੈਕਿੰਡ ਆਪਾਂ ਇੱਥੇ ਜਿਵੇਂ ਓਬਜੈਕਟ ਹੈ, ਇੱਥੋਂ ਹੀ ਕੋਈ ਰੇ ਆ ਰਹੀ ਹੈ, ਪੈਰਲਲੀ ਆ ਰਹੀ ਹੈ, ਤਾਂ ਆਪਾਂ ਉਹਨੂੰ ਦੇਖਾਂਗੇ ਜਿਹੜੀ ਪੈਰਲਲ ਰੇ ਆਉਂਦੀ ਹੈ ਕਿੱਥੋਂ ਜਾਂਦੀ ਹੈ, ਫੋਕਸ 'ਚੋਂ ਮੀਟ ਆਊਟ ਹੋ ਕੇ ਜਾਂਦੀ ਹੈ, ਠੀਕ ਹੈ। ਆਪਾਂ ਇਹ ਵੀ ਦੇਖਿਆ ਸੀਗਾ ਵੀ ਕੋਈ ਵੀ ਇਮੇਜ ਕਦੋਂ ਬਣਦੀ ਹੈ, ਜਦੋਂ ਦੋ ਜਾਂ ਦੋ ਤੋਂ ਵੱਧ ਜਿਹੜੀਆਂ ਰੇਜ਼ ਆਪਸ ਵਿੱਚ ਕੀ ਹੈ, ਇੰਟਰਸੈਕਟ ਕਰਦੀਆਂ, ਆਪਸ ਵਿੱਚ ਮਿਲਦੀਆਂ, ਉੱਥੇ ਕੀ ਹੈ, ਇਮੇਜ ਬਣਦੀ ਹੈ। ਹੁਣ ਦੇਖੋ ਆਹ ਜਿਹੜੀਆਂ ਦੋ, ਇੱਕ ਆਹ ਵਾਲੀ ਇੰਸੀਡੈਂਸ ਰੇ ਸੀਗੀ, ਇੱਕ ਆਹ ਵਾਲੀ ਇੰਸੀਡੈਂਸ ਰੇ ਸੀਗੀ, ਇਹ ਕਿੱਥੇ ਜਾ ਕੇ ਮਿਲ ਰਹੀਆਂ ਨੇ, ਫੋਕਸ 'ਤੇ ਮਿਲ ਰਹੀਆਂ ਨੇ, ਯਾਨੀ ਜਿਹੜੀ ਇਮੇਜ ਆਪਣੀ ਹੋਏਗੀ ਉਹ ਕਿੱਥੇ ਬਣੇਗੀ, ਫੋਕਸ 'ਤੇ ਬਣੇਗੀ। ਯਾਨੀ ਜਿਹੜੀ ਆਪਣੀ ਇਮੇਜ ਹੈ ਉਹ ਕਿੱਥੇ ਬਣੇਗੀ, ਫੋਕਸ 'ਤੇ ਜਾ ਕੇ ਕੀ ਆਪਾਂ ਨੂੰ ਆਪਣੀ ਇਮੇਜ ਮਿਲੇਗੀ। ਸੋ ਇਸ ਦੇ ਗੱਲ ਆਪਾਂ ਗੱਲ ਕਰ ਲੈਂਦੇ ਹਾਂ, ਜਿਹੜੀ ਪੋਜੀਸ਼ਨ ਹੈ ਆਪਾਂ ਨੂੰ ਕਿਹੜੀ ਇਮੇਜ ਦੀ ਕਿੱਥੇ ਹੋਏਗੀ, ਐਟ ਫੋਕਸ, ਯਾਨੀ ਫੋਕਸ 'ਤੇ ਇਮੇਜ ਹੋਏਗੀ। ਜੇਕਰ ਕੋਈ ਇਨਫਿਨਿਟੀ 'ਤੇ ਕੋਈ ਵੀ ਓਬਜੈਕਟ ਪਿਆ ਤਾਂ ਉਹਦੀ ਇਮੇਜ ਕਨਕੇਵ ਮਿਰਰ 'ਚ ਆਪਾਂ ਨੂੰ ਕਿੱਥੇ ਜਾ ਕੇ ਮਿਲੇਗੀ, ਕੀ ਮਿਲੇਗੀ, ਫੋਕਸ ਦੇ ਉੱਪਰ। ਨੇਚਰ ਇਸ ਦਾ ਕਿਹਾ ਜਾ ਹੋਏਗਾ ਰੀਅਲ ਐਂਡ ਇਨਵਰਟਡ। ਰੀਅਲ ਐਂਡ ਇਨਵਰਟਡ ਯਾਨੀ ਜਿਹੜੀ ਇਮੇਜ ਹੈ ਉਹ ਅਸਲੀ ਹੋਏਗੀ ਅਤੇ ਇਨਵਰਟਡ ਯਾਨੀ ਪੁੱਠੀ ਹੋਏਗੀ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਰੀਅਲ ਇਨਵਰਜ਼ਨ ਬਾਰੇ, ਜਿਹੜਾ ਲੈਫਟ ਹੈ ਉਹ ਰਾਈਟ ਦਿਸੇਗਾ ਅਤੇ ਰਾਈਟ ਹੈ ਜਿਹੜਾ ਉਹ ਲੈਫਟ ਦਿਸੇਗਾ। ਇਸ ਕਰਕੇ ਜਿਹੜੀ ਰੀਅਲ ਐਂਡ ਇਨਵਰਟਡ ਯਾਨੀ ਜਿਹੜੀ ਕਨਕੇਵ ਮਿਰਰ ਦੀ ਜਦੋਂ ਇਨਫਿਨਿਟੀ 'ਤੇ ਆਪਾਂ ਓਬਜੈਕਟ ਰੱਖ ਦਾਂਗੇ, ਜਿਹੜੀ ਇਮੇਜ ਹੈ ਫੋਕਸ 'ਤੇ ਬਣੇਗੀ, ਰੀਅਲ 'ਤੇ ਇਨਵਰਟਡ ਬਣੇਗੀ। ਜੇਕਰ ਉਹਦੀ ਸਾਈਜ਼ ਦੀ ਗੱਲ ਕਰ ਰਹੀਏ ਤਾਂ ਸਾਈਜ਼ ਕੀ ਉਹਦਾ ਪੁਆਇੰਟ ਸਾਈਜ਼ ਹੋਏਗਾ। ਇੱਥੋਂ ਆਪਾਂ ਨੂੰ ਪਤਾ ਲੱਗ ਰਿਹਾ ਨਾ, ਇਸਦਾ ਸਾਈਜ਼ ਕਿਹੜਾ, ਪੁਆਇੰਟ ਸਾਈਜ਼ ਹੋਏਗਾ, ਯਾਨੀ ਇਸਦਾ ਸਾਈਜ਼ ਬਿਲਕੁਲ ਇੱਕ ਬਿੰਦੂ ਦੇ ਤਰ੍ਹਾਂ ਹੋਏਗਾ। ਡਿਸਕਸ ਕਰਦੇ ਹਾਂ ਨੈਕਸਟ ਕੇਸ ਬਾਰੇ। ਸੈਕਿੰਡ ਹੈ ਬਿਯੋਂਡ ਸੀ। ਜਦੋਂ ਕੋਈ ਵੀ ਓਬਜੈਕਟ ਆਪਾਂ ਸੀ ਤੋਂ ਪਿੱਛੇ ਰੱਖ ਦਿੰਦੇ ਹਾਂ ਤਾਂ ਉਦੋਂ ਕੀ ਕਿਵੇਂ ਇਮੇਜ ਬਣੇਗੀ, ਆਪਾਂ ਇੱਕ ਰੇ ਡਾਇਗਰਾਮ ਨਾਲ ਦੇਖਦੇ ਹਾਂ। ਬਿਯੋਂਡ ਸੀ ਯਾਨੀ ਸੀ ਤੋਂ ਥੋੜ੍ਹਾ ਜਿਹਾ ਪਿੱਛੇ ਆਪਾਂ ਓਬਜੈਕਟ ਰੱਖ ਲਿਆ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਇੱਕ ਰੇ ਖਿੱਚਤੀ ਤਾਂ ਫੋਕਸ ਦੇ ਵਿੱਚੋਂ ਪਾਸ ਆਊਟ ਹੁੰਦੀ ਬਾਹਰ ਜਾਏਗੀ। ਸੈਕਿੰਡ, ਆਪਾਂ ਇੱਕ ਸੈਂਟਰ ਆਫ ਕਰਵੇਚਰ ਦੇ ਵਿੱਚੋਂ ਰੇ ਲੈ ਲਈ, ਠੀਕ ਹੈ। ਅਤੇ ਉਹ ਕੀ ਹੈ, ਸੈਂਟਰ ਆਫ ਕਰਵੇਚਰ 'ਤੇ ਜਦੋਂ ਵਿੱਚੋਂ ਕੋਈ ਆਪਾਂ ਰੇ ਲੈਂਦੇ ਹਾਂ ਤਾਂ ਉਹ ਉੱਥੋਂ ਦੀ ਵਾਪਿਸ ਹੋ ਕੇ ਜਾਂਦੀ ਹੈ। ਆਪਾਂ ਰੂਲਸ ਕੀਤੇ ਸੀ ਨਾ, ਪੈਰਲਲ ਜਿਹੜੀ ਰੇ ਜਾਂਦੀ ਹੈ ਉਹ ਫੋਕਸ ਦੇ ਵਿੱਚੋਂ ਆਉਂਦੀ ਹੈ, ਜਿਹੜੀ ਸੈਂਟਰ ਆਫ ਕਰਵੇਚਰ ਦੇ ਵਿੱਚੋਂ ਆਪਾਂ ਰੇ ਲਵਾਂਗੇ, ਇੱਕ ਮਿੰਟ, ਜਿਹੜੀ ਸੈਂਟਰ ਆਫ ਕਰਵੇਚਰ ਦੇ ਵਿੱਚੋਂ ਆਪਾਂ ਰੇ ਲਵਾਂਗੇ ਉਹ ਕੀ ਹੈ, ਸੈਂਟਰ ਆਫ ਕਰਵੇਚਰ ਦੇ ਵਿੱਚੋਂ ਹੀ ਪਾਸ ਆਊਟ ਹੋ ਕੇ ਜਾਏਗੀ। ਸੋ ਹੁਣ ਜਿਹੜੀਆਂ ਦੋਨੇ ਰੇ ਕਿੱਥੇ ਇੰਟਰਸੈਕਟ ਕਰ ਰਹੀਆਂ ਨੇ, ਇੱਥੇ ਇੰਟਰਸੈਕਟ ਕਰ ਰਹੀਆਂ ਨੇ, ਅਤੇ ਇੱਥੇ ਕੀ ਆਪਣੀ ਜਿਹੜੀ ਕੀ ਹੈ ਉਹ ਇਮੇਜ ਬਣੇਗੀ। ਆਪਣੀ ਇਮੇਜ ਕਿੱਥੇ ਬਣੇਗੀ, ਜਿੱਥੇ ਜਿਹੜੀਆਂ ਲਾਈਨਸ ਨੇ, ਜਿੱਥੇ ਰੇਜ਼ ਨੇ ਇਹ ਇੰਟਰਸੈਕਟ ਕਰ ਰਹੀਆਂ ਨੇ, ਇੱਥੇ ਆਪਣੀ ਕੀ ਹੈ ਇਮੇਜ ਬਣ ਜਾਏਗੀ। ਹੁਣ ਆਪਾਂ ਇਹਦੀ ਗੱਲ ਕਰਦੇ ਹਾਂ ਪੋਜੀਸ਼ਨ। ਪੋਜੀਸ਼ਨ ਕੀ ਹੈ, ਬਿਟਵੀਨ ਐਫ ਐਂਡ ਸੀ। ਆ ਐਫ ਐਂਡ ਸੀ ਦੇ ਵਿਚਕਾਰ ਬਣ ਰਹੀ ਹੈ ਨਾ, ਇਹ ਕੀ ਬਣੇਗੀ, ਐਫ ਐਂਡ ਸੀ, ਯਾਨੀ ਐਫ ਐਂਡ ਸੀ ਦੇ ਵਿਚਕਾਰ ਜਿਹੜੀ ਇਮੇਜ ਆਪਣੀ ਬਣੇਗੀ। ਨੇਚਰ ਇਹਦਾ ਕਿਆ ਹੋਏਗਾ,
ਰੀਅਲ ਐਂਡ ਇਨਵਰਟਡ। ਰੀਅਲ ਤਾਂ ਹੋਏਗੀ, ਇਨਵਰਟਡ यानी ਪੁੱਠੀ। ਦੇਖੋ ਆਪਣੀ ਇਮੇਜ ਐ ਸੀ ਤੇ ਹੁਣ ਇਹ ਇਮੇਜ ਡਾਊਨਵਰਡ ਬਣ ਰਹੀ ਹੈ यानी ਪੁੱਠੀ ਬਣ ਰਹੀ ਹੈ। ਸਾਈਜ਼ ਇਜ਼ ਦਾ ਡਿਮਿਨਿਸ਼ਡ यानी ਜਿੰਨਾ ਸਾਈਜ਼ ਇਸ ਦਾ ਸੀ ਇਸ ਦੇ ਅਕੋਰਡਿੰਗ ਇਸ ਦਾ ਸਾਈਜ਼ ਕੀ ਹੋਏਗਾ, ਘੱਟ ਹੋਏਗਾ। ਜਿੰਨਾ ਸਾਈਜ਼ ਰੀਅਲ ਆਬਜੈਕਟ ਦਾ ਸੀ ਇਮੇਜ ਦਾ ਸਾਈਜ਼ ਘੱਟ ਹੋਏਗਾ। ਡਿਸਕਸ ਕਰਦੇ ਹਾਂ ਨੈਕਸਟ ਕੇਸ। ਥਰਡ ਹੈ ਐਟ ਸੀ यानी ਜਦੋਂ ਆਪਾਂ ਆਬਜੈਕਟ ਸੀ ਦੇ ਉੱਪਰ यानी ਸੈਂਟਰ ਆਫ ਕਰਵੇਚਰ ਦੇ ਉੱਪਰ ਰੱਖ ਦਿੰਦੇ ਹਾਂ ਤਾਂ ਉਦੋਂ ਕਿਵੇਂ ਬਣੇਗੀ। ਸਭ ਤੋਂ ਪਹਿਲਾਂ ਆਪਾਂ ਇੱਕ ਜਿਹੜਾ ਕੀ ਹੈ ਪੈਰਲਲ ਇੱਕ ਰੇ ਡਾਇਗਰਾਮ ਰੇ ਕਰਤੀ ਜਾਏਗੀ ਫੋਕਸ ਦੇ ਥਰੂ। ਠੀਕ ਹੈ, ਹੁਣ ਦੇਖੋ ਸੀ ਦੇ ਵਿੱਚੋਂ ਤਾਂ ਆਪਾਂ ਲੈ ਹੀ ਨਹੀਂ ਸਕਦੇ ਕਿਉਂਕਿ ਸੀ ਦੇ ਉੱਪਰ ਤਾਂ ਆਬਜੈਕਟ ਹੀ ਪਿਆ, ਆਲਰੇਡੀ ਪਿਆ। ਹੁਣ ਆਪਾਂ ਕੀ ਹੈ ਇੱਕ ਫੋਕਸ ਦੇ ਥਰੂ ਜਿਹੜੀ ਕੱਢ ਦਾਂਗੇ ਤੇ ਕਿਹੜੀ ਕਿਵੇਂ ਜਾਊਗੀ ਉਹ ਪੈਰਲਲੀ। ਕਿੱਥੇ ਜਾਊਗੀ, ਪੈਰਲਲੀ ਪ੍ਰਿੰਸੀਪਲ ਐਕਸਿਸ ਦੇ ਉਹ ਰਿਫਲੈਕਟ ਹੋ ਕੇ ਜਾਏਗੀ। ਇੱਕ ਆ ਪੈਰਲਲ ਆਪਾਂ ਕਰਤੀ ਤਾਂ ਉਹ ਫੋਕਸ ਦੇ ਥਰੂ ਰਿਫਲੈਕਟ ਹੋ ਗਈ। ਇੱਕ ਜਿਹੜੀ ਇੰਸੀਡੈਂਟ ਆਪਾਂ ਫੋਕਸ ਥਰੂ ਕੀਤੀ ਤਾਂ ਕੀ ਉਹ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਗਈ। ਤੇ ਹੁਣ ਜਿਹੜੀਆਂ ਦੋਨੇ ਰੇਜ਼ ਹੈ ਕਿੱਥੇ ਇੰਟਰਸੈਕਟ ਕਰ ਰਹੀਆਂ ਨੇ, ਸੀ ਦੇ ਉੱਪਰ ਹੀ। ਇੱਕ ਸੀ ਦੇ ਉੱਪਰ ਹੀ ਜਿਹੜੀ ਇੰਟਰਸੈਕਟ ਕਰ ਰਹੀਆਂ ਤੇ ਆਪਣੀ ਜਿਹੜੀ ਪੋਜੀਸ਼ਨ ਹੋਏਗੀ ਇਮੇਜ ਦੀ ਕਿੱਥੇ ਹੋਏਗੀ, ਐਟ ਸੀ। यानी ਜਿਹੜੀ ਆਪਣੀ ਇਮੇਜ ਜਿਹੜੀ ਕਿੱਥੇ ਬਣੇਗੀ, ਸੀ ਤੇ यानी ਸੈਂਟਰ ਆਫ ਕਰਵੇਚਰ ਤੇ ਜਿਹੜੀ ਕਿ ਆਪਣੀ ਇਮੇਜ ਬਣੇਗੀ। ਉਸਦਾ ਨੇਚਰ ਕਿਹੋ ਜਿਹਾ ਹੋਏਗਾ, ਰੀਅਲ ਐਂਡ ਇਨਵਰਟਡ। ਰੀਅਲ ਹੋਏਗੀ ਤੇ ਇਨਵਰਟਡ यानी ਪੁੱਠੀ ਹੋਏਗੀ। ਸਾਈਜ਼ ਉਸਦਾ ਕਿਸ ਦਾ ਕਿਹੋ ਜਿਹਾ ਹੋਏਗਾ, ਸਾਈਜ਼ ਉਸਦਾ ਸੇਮ ਸਾਈਜ਼ ਹੋਏਗਾ यानी ਜਿੰਨਾ ਆਬਜੈਕਟ ਦਾ ਸਾਈਜ਼ ਹੋਏਗਾ ਓਨਾ ਹੀ ਆਪਣੀ ਇਮੇਜ ਦਾ ਸਾਈਜ਼ ਹੋਏਗਾ। डिस्कस करते हैं नैक्सट केस। नैक्सट केस है बिटवीन सी एंड एफ यानी जो ऑब्जैक्ट नूं आपां सी एंड एफ दे विचकार रख दांगे। फसटली जिहड़ी आपां की है एक रे लवांगे सेंटर दे थ्रू। सेंटर दे थ्रू आपां एक रे लै ली ते ये की है सेंटर दे विचों ही हुंदी होई वापस जाएगी। एक ਆਪਾਂ ਰੇ ਲੈਂਦੇ ਹਾਂ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਤਾਂ ਉਹ ਕੀ ਹੈ ਫੋਕਸ ਦੇ ਵਿੱਚੋਂ ਪਾਸ ਆਊਟ ਹੁੰਦੀ ਅੱਗੇ ਜਾਏਗੀ। ਇੱਕ ਆ ਸੈਂਟਰ ਤੋਂ ਲੈ ਲਈ ਆਪਾਂ, ਇੱਕ ਆ ਸੈਂਟਰ ਤੋਂ ਲੈ ਲਈ, ਇੱਕ ਆ ਫੋਕਸ ਤੋਂ ਲੈ ਲਈ। ਹੁਣ ਆ ਜਿਹੜੀਆਂ ਕੀ ਹੈ ਕਿੱਥੇ ਜਾ ਕੇ ਮਿਲ ਰਹੀਆਂ ਨੇ, ਇਹ ਬਿਯੋਂਡ ਸੀ यानी ਸੀ ਤੋਂ ਪਿੱਛੇ ਜਾ ਕੇ ਕੀ ਹੈ ਇਹ ਰੇਜ਼ ਮਿਲ ਰਹੀਆਂ ਨੇ। ਇਹ ਰੇਜ਼ ਕਿੱਥੇ ਮਿਲ ਰਹੀਆਂ ਨੇ, ਇਹ ਇੱਥੇ ਜਾ ਕੇ ਆ ਦੇਖੋ ਸੀ ਤੋਂ ਪਿੱਛੇ ਜਾ ਕੇ ਮਿਲ ਰਹੀਆਂ ਨੇ। ਸੋ ਇਸ ਦੀ ਜਿਹੜੀ ਕੀ ਹੈ ਇਮੇਜ ਦੀ ਜਿਹੜੀ ਪੋਜੀਸ਼ਨ ਕੀ ਹੋਏਗੀ, ਬਿਯੋਂਡ ਸੀ यानी ਸੀ ਤੋਂ ਪਿੱਛੇ ਹੋਏਗੀ। ਨੇਚਰ ਇਸ ਦਾ ਕਿਹੋ ਜਿਹਾ ਹੋਊਗਾ, ਰੀਅਲ ਹੋਏਗਾ ਤੇ ਇਨਵਰਟਡ यानी ਪੁੱਠਾ। ਆ ਆਬਜੈਕਟ ਐ ਪਿਆ ਸੀ ਤੇ ਆਪਣੀ ਇਮੇਜ ਐਵੇਂ ਬਣੂਗੀ ਤੇ ਸਾਈਜ਼ ਐਨਲਾਰਜਡ यानी ਜਿੰਨਾ ਆਬਜੈਕਟ ਦਾ ਸਾਈਜ਼ ਹੋਏਗਾ ਉਸ ਤੋਂ ਜਿਹੜਾ ਇਮੇਜ ਦਾ ਸਾਈਜ਼ ਆ ਬਹੁਤ ਜ਼ਿਆਦਾ ਹੋਏਗਾ। ਦੇਖੋ ਇੱਥੋਂ ਆਪਾਂ ਨੂੰ ਦੇਖਣ ਨੂੰ ਹੀ ਪਤਾ ਲੱਗ ਰਿਹਾ ਆਬਜੈਕਟ ਐਡਾ ਕੁ ਹੈ ਤੇ ਇਮੇਜ ਕਿੰਨੀ ਬਹੁਤ ਵੱਡੀ ਹੈ, ਇਸ ਕਰਕੇ ਇਸ ਦਾ ਸਾਈਜ਼ ਕਿੰਨਾ ਹੋਏਗਾ, ਐਨਲਾਰਜ ਹੋਏਗਾ। देखते हैं नैक्सट केस एट एफ यानी जदों आपां ऑब्जेक्ट नूं एफ दे उपर रख दांगे तो उदों किवें इमेज बनेगी। सब तो पहला आपां एक फोकस दे विचों की है रे कढ़दे हां, सॉरी ऑब्जेक्ट एफ ते रखते हैं। सब तो पहला आप पैरलली फोकस तो नहीं पैरलली एक रे कढ़ांगे तो कित्थों जाएगी, फोकस तो हुंदी हुई अगे जाएगी। ठीक है, फिर आप एक सेंटर ऑफ करवेचर तो कढ़ांगे। सेंटर ऑफ करवेचर तो जिहड़ी रे जाएगी वो सेंटर ऑफ करवेचर तो ही वापस आएगी। तो हुण आ जिहड़ियां रेज है वो किते बैक जाके किते बहुत दूर जाके किते इंटरसैक्ट करनगियां। मान लो जिवें ये इत्थे जाके की है इंटरसैक्ट कर गई तो अपनी इमेज की है इत्थे जाके बनेगी। इस करके इत्थों अपन की पता लगेगा जिहड़ा नेचर की है उसका रियल एंड इनवर्टड है यानी इमेज बन रही है तो इनवर्टड है। जिहड़ियां कोई भी इमेज जिहड़ी है इमेज मिरर तो अगे बने यानी पिछे ना बने यानी रिफ्लैक्टड एरिया तो अगे बने तो वह हमेशा रियल हुंदी है। तो इनवर्टड यानी पुट्ठी है तो साइज इज द हाईली एनलार्ज मतलब ਜਿਹੜੇ ऑब्जेक्ट तो अकॉर्डिंग टू ऑब्जेक्ट ਜਿਹੜਾ इमेज ਦਾ साइज होएगा वो बहुत ज़्यादा होएगा। नैक्सट करते हैं लास्ट केस। लास्ट केस अपना हैगा बिटवीन पी एंड एफ जदों आपां
P एंड F यानी प्रिंसीपल एक्सिस ते फोकस दे विचकार जदों आपां अपना ऑब्जेक्ट रख दिंदे आ तां इमेज किवें बनेगी। सब तो पहला की है, सब तो पहला आपां प्रिंसीपल एक्सिस ते एक रे पावांगे तो सेम एंगल नाल की है रिफ्लैक्ट होके जाएगी। सैकेंड आपां सेंटर ऑफ करवेचर च एक रे लगावांगे तो सेंटर ऑफ करवेचर तो ही वापस चली जाएगी। हुण देखो ये जिहड़ियां रेज है ये आपस विच पिछे जाके किते पिछे जाके इंटरसैक्ट करनगियां ते इमेज की अपनी इत्थे बनेगी बिहाइंड द मिरर। कोई भी इमेज जिहड़ी बिहाइंड द मिरर बनती है यानी मिरर तो पिछे बनती है वो हमेशा किहड़ी हुंदी है, वर्चुअल इमेज हुंदी है। किहड़ी इमेज हुंदी है, वर्चुअल। वर्चुअल इमेज हमेशा की हुंदी है, इरैक्ट हुंदी है यानी सीधी। इत्थों आपां देखो नहीं पता लग रहा जिहड़ी इमेज है अपने जिहड़े मिरर है उहदे पिछे बन रही है तो वर्चुअल यानी पिछे बन रही है तो वर्चुअल है, तो इरैक्ट है यानी आ देखो आ सीधी इमेज बन रही है ना। सो इत्थे की है मिस टाइप हो गया सीगा, तुसीं नोट्स दे विच सही कर लियो। इसका नेचर की होएगा, वर्चुअल एंड इरैक्ट होएगा। पोजीशन किहड़ी होएगी इसकी, बिहाइंड द मिरर यानी मिरर तो पिछे बनेगी। तो जिहड़ा साइज़ की है इसका, साइज़ भी इसका लार्ज होएगा। साइज़ भी इसका की है, साइज़ भी इसका की होएगा, लार्ज होएगा। सो स्टूडेंट जिहड़े ये है हुण आपां कनकेव मिरर दे जिहड़े आपां सारे केसिस डिस्कस कर चुके हैं। इसदे 6 केसिस हैगे ने जिहड़े आपां देखे ने। बस इहदे विच एक ध्यान रखण वाली गल हुंदी है, कनकेव मिरर दे विच सारे केस सारियां दियां इमेजेस दा जिहड़ा नेचर है वो रियल ते इनवर्टड हुंदा है। सिर्फ एक केस नूं छड्ड के जिहड़ा लास्ट वाला केस है बिटवीन P एंड F, जदों इमेज बिटवीन P एंड F कनकेव मिरर ते आपां रख दईए ਉਹਦੀ ਜਿਹੜੀ इमेज है वर्चुअल एंड इरैक्ट बनती है। ਆਪਾਂ ਨੂੰ क्वेश्चन भी आ जाता है भी ਕਿਹੜੇ पोजीशन ते ਜਿਹੜੀ कनकेव मिरर विच ਜਿਹੜੀ इमेज है वर्चुअल ते इरैक्ट बनती है बिटवीन P एंड F। ਜਾਂ ਆਪਾਂ ਨੂੰ ਐਵੇਂ भी क्वेश्चन आ सकता है ਜਦੋਂ ਆਪਾਂ बिटवीन P एंड F ਤੇ इमेज सॉरी ऑब्जेक्ट रखते हैं कनकेव मिरर ते अपनी ਜਿਹੜੀ इमेज का नेचर किहो जिहा हुंदा है, तो नेचर हुंदा है वर्चुअल एंड इरैक्ट। सो अगे आप डिस्कस करते हैं यूजेस ऑफ कनकेव मिरर। ਜਿਹੜੇ कनकेव मिरर है उन्होंने यूजेस की है, यूजड इन टॉर्चस। ਜਿਹੜੀਆਂ ਆਪਣੇ ਬੈਟਰੀਆਂ ਹੁੰਦੀਆਂ ਘਰਾਂ ਵਿੱਚ ਬੈਟਰੀਆਂ ਹੁੰਦੀਆਂ ਉਹਨਾਂ ਦੇ ਜਿਹੜੇ ਅੱਗੇ ਗਲਾਸ ਲੱਗਿਆ ਹੁੰਦਾ ਉਹ ਕੀ ਹੁੰਦਾ, ਕਨਕੇਵ ਮਿਰਰ ਹੁੰਦਾ। ਸੌਰੀ ਅੱਗੇ ਨਹੀਂ, ਜਿਹੜਾ ਪਿੱਛੇ ਉਹਦੇ ਰਿਫਲੈਕਟਿੰਗ ਸਰਫੇਸ ਜਿਹੜੀ ਹੁੰਦੀ ਆ ਉਹ ਕੀ ਹੁੰਦਾ, ਕਨਕੇਵ ਮਿਰਰ ਹੁੰਦਾ। ਸਰਚ ਲਾਈਟਸ ਦੇ ਵਿੱਚ ਯਾਨੀ ਜਿਹੜੀਆਂ ਫੋਰਸਿਸ ਵਗੈਰਾ 'ਚ ਜਿਹੜੀਆਂ ਸਰਚ ਲਾਈਟਸ ਯੂਜ਼ ਹੁੰਦੀਆਂ ਉਹਨਾਂ ਵਿੱਚ ਵੀ ਕਿਹੜਾ ਕਨਕੇਵ ਮਿਰਰ ਹੁੰਦਾ ਹੈ। ਵਹੀਕਲ ਹੈਡਲਾਈਟਸ ਜਿਹੜੀਆਂ ਹੈਡਲਾਈਟ ਆਪਣੀ ਆਵਾਜਾਈ ਦੇ ਸਾਧਨਾਂ ਦੇ ਅੱਗੇ ਜਿਹੜੀ ਹੈਡਲਾਈਟਸ ਲੱਗੀਆਂ ਹੁੰਦੀਆਂ ਉਹਨਾਂ ਵਿੱਚ ਵੀ ਕਿਹੜਾ ਮਿਰਰ ਹੁੰਦਾ, ਕਨਕੇਵ ਮਿਰਰ ਹੁੰਦਾ। ਸ਼ੇਵਿੰਗ ਮਿਰਰਸ ਜਿਹੜੇ ਕੀ ਹੈ ਸੈਲੂਨਸ ਦੇ ਵਿੱਚ ਜਿਹੜੇ ਮਿਰਰਸ ਲੱਗੇ ਹੁੰਦੇ ਆ ਉਹ ਵੀ ਕੀ ਹੈ ਕਨਕੇਵ ਹੁੰਦੇ ਆ। ਯੂਜ਼ਡ ਬਾਏ ਡੈਂਟਿਸਟ ਜਿਹੜੇ ਡਾਕਟਰਸ ਹੁੰਦੇ ਆ ਉਹ ਵੀ ਕੀ ਹੈ ਕਨਕੇਵ ਮਿਰਰ ਦਾ ਯੂਜ਼ ਕਰਦੇ ਆ ਆਪਣੇ ਦੰਦਾਂ ਨੂੰ ਦੇਖਣ ਦੇ ਲਈ। ਯੂਜ਼ਡ ਇਨ ਸੋਲਰ ਫਰਨੈਂਸਿਸ यानी ਜਿਹੜੇ ਸੋਲਰ ਸਿਸਟਮ ਜਿਹੜੀਆਂ ਸੋਲਰ ਕੁੱਕਰਸ ਵਗੈਰਾ ਆ ਜਾਂਦੀਆਂ ਜਾਂ ਸੋਲਰ ਭੱਠੀਆਂ ਆ ਜਾਂਦੀਆਂ ਜਿਹੜੀਆਂ ਸੂਰਜ ਦੀਆਂ ਰੋਸ਼ਨੀ 'ਤੇ ਚੱਲਦੀਆਂ ਉਹਨਾਂ ਵਿੱਚ ਵੀ ਕੀ ਹੈ ਕਨਕੇਵ ਮਿਰਰ ਯੂਜ਼ ਕੀਤਾ ਜਾਂਦਾ ਹੈ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਨਕੇਵ ਮਿਰਰ ਕੀ ਹੁੰਦਾ, ਕਨਵਰਜਿੰਗ ਮਿਰਰ ਹੁੰਦਾ। ਇਹ ਕਨਵਰਜਿੰਗ ਮਿਰਰ ਹੁੰਦਾ ਕਿਉਂਕਿ ਇਹ ਸੂਰਜ ਦੀਆਂ ਜਿਹੜੀਆਂ ਸਾਰੀਆਂ ਕਿਰਨਾਂ ਜਿਹੜੀਆਂ ਆ ਰਹੀਆਂ ਹੋਣਗੀਆਂ ਉਹਨਾਂ ਨੂੰ ਇਕੱਠਾ ਕਰ ਲਏਗਾ ਇੱਕ ਜਗ੍ਹਾ 'ਤੇ, ਜਿਸ ਨਾਲ ਕੀ ਹੈ ਹੀਟ ਪ੍ਰੋਡਿਊਸ ਹੋਏਗੀ। ਇਸ ਕਰਕੇ ਜਿਹੜਾ ਸੋਲਰ ਫਰਨੈਂਸਿਸ ਜਾਂ ਸੋਲਰ ਦੀਆਂ ਜਿਹੜੀਆਂ ਭੱਠੀਆਂ ਹੁੰਦੀਆਂ ਜਾਂ ਜਿਹੜੇ ਸੋਲਰ ਕੁੱਕਰਸ ਹੁੰਦੇ ਆ ਉਹਨਾਂ ਵਿੱਚ ਕਿਹੜਾ ਕਨਕੇਵ ਮਿਰਰ ਯੂਜ਼ ਕੀਤਾ ਜਾਂਦਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਰੂਲਸ ਫੋਰ ਮੇਕਿੰਗ ਰੇ ਡਾਇਗਰਾਮ ਫੋਰ ਕਨਵੈਕਸ ਮਿਰਰ। ਜਿਹੜਾ ਕਨਵੈਕਸ ਮਿਰਰ ਹੈ ਉਹਦੇ ਲਈ ਕੁਝ ਰੂਲਸ ਨੇ ਉਹ ਆਪਾਂ ਦੇਖਦੇ ਹਾਂ। ਫਸਟ, ਇਹ ਰੇ ਕਮਿੰਗ ਪੈਰਲਲ ਟੂ ਦਾ ਪ੍ਰਿੰਸੀਪਲ ਐਕਸਿਸ ਵਿਲ ਪਾਸ ਥਰੂ ਫੋਕਸ। ਇਹ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਵੀ ਕੋਈ ਵੀ ਰੇ ਹੈ ਜਦੋਂ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਆਏਗੀ ਤਾਂ ਉਹ ਫੋਕਸ ਦੇ ਵਿੱਚੋਂ ਹੀ ਪਾਸ ਹੋ ਕੇ ਜਾਏਗੀ। ਆਪਾਂ ਇਹ ਗੱਲ ਕਰਦੇ ਹਾਂ ਕਨਵੈਕਸ ਮਿਰਰ 'ਚ ਕਿਵੇਂ ਹੋਏਗਾ। ਜਿਵੇਂ ਇੱਥੇ ਆਪਾਂ ਕੋਈ ਆਬਜੈਕਟ ਰੱਖ ਲਿਆ, ਜੇਕਰ ਆਪਾਂ ਮੰਨ ਲਈਏ ਇਹ ਪੈਰਲਲ ਆ ਰਹੀ ਹੈ, ਇਹ ਰੇ ਪੈਰਲਲ ਆ ਰਹੀ ਹੈ ਪ੍ਰਿੰਸੀਪਲ ਐਕਸਿਸ ਦੇ, ਤਾਂ ਇਹ ਫੋਕਸ ਦੇ ਥਰੂ ਹੁੰਦੀ ਹੋਈ ਬਾਹਰ ਜਾਏਗੀ। ਦੇਖੋ ਹੁਣ ਇਹ ਰੇ ਅੱਗੇ ਤਾਂ ਨਹੀਂ ਜਾ ਸਕਦੀ, ਬਟ ਆਪਾਂ ਇੱਥੇ ਕੀ ਹੈ ਥੋੜ੍ਹਾ ਜਿਹਾ ਬਣਾ ਕੇ ਦੇਖ ਲੈਂਦੇ ਹਾਂ ਫੋਕਸ ਕਿੱਥੋਂ ਇਹ ਇਹਦੀ ਫੋਕਸ ਦੇ ਥਰੂ ਹੁੰਦੀ ਹੋਈ ਇੱਧਰ ਕੀ ਹੈ ਡਾਈਵਰਜ ਹੋ ਜਾਏਗੀ। ਅੱਗੇ ਆਪਾਂ ਗੱਲ ਕਰਦੇ ਹਾਂ ਨੈਕਸਟ ਕੇਸ ਬਾਰੇ।
नेक्स्ट कैसे, ए रे इंसीडेंस फ्रॉम फोकस विल रिफ्लैक्ट बैक थ्रू प्रिंसीपल एक्सिस। हुण आपां गल करदे हां जेकर एक रे आपां नूं एवें लग रहा भी कि वो फोकस के थ्रू आ रही है, यानी इत्थों जी एवें की है इंसीडेंस हो रही है, तो वो की है प्रिंसीपल एक्सिस के पैरल हुंदी हुई जाएगी। जेकर वो फोकस के थ्रू आउंदी हुई प्रतीत हो रही है तो की है प्रिंसीपल एक्सिस के पैरल हुंदी हुई जाएगी। गल करते हैं नैक्सट रूल बारे। ए रे इंसीडेंट फ्रॉम सेंटर ऑफ करवेचर विल रिफ्लैक्ट बैक फ्रॉम द सेम पाथ। जेकर कोई भी रे जिहड़ी आपां नूं सेंटर ऑफ करवेचर तो हुंदी हुई लग रही है तो की है वो वापस उसे पाथ ते वापस जाएगी, यानी सेंटर ऑफ करवेचर तो हुंदी हुई वो सेंटर ऑफ करवेचर के पाथ विच ही वापस जाएगी। अगे गल करते हैं, ए रे इंसीडेंट एट प्रिंसीपल एक्सिस विल रिफ्लैक्ट बैक विद इक्वल एंगल। जेकर कोई रे प्रिंसीपल एक्सिस से पै रही है तो उसे सेम एंगल नाल की है वो रिफ्लैक्ट होके अपना पाथ चेंज कर लेगी, यानी एंगल ऑफ इंसीडेंस किहदे इक्वल होएगा, एंगल ऑफ रिफ्लैक्शन दे। अगे आपां देखते हैं जिहड़े कन्वैक्स मिरर विच जिहड़े रे डायग्राम्स किवें बनते हैं। कन्वैक्स मिरर दे जिहड़े सिर्फ दो ही केसिस ने, एक इनफिनिटी ते एक जदों आपां ऑब्जैक्ट नूं इनफिनिटी ते पोल दे विचकार रख लैंदे आ। इहदे सिर्फ दो ही केसिस ने। कनकेव मिरर दे 6 केसिस ने ते कन्वैक्स मिरर दे 2 ही केसिस ने। डिस्कस करते हैं। सब तो पहला एट इनफिनिटी, जिहड़ा फस्ट केस है इनफिनिटी ते रख दी है जदों आपां कोई भी ऑब्जैक्ट, तो उसकी इमेज किवें बनेगी। आपां गल कर लीए सब तो पहला पैरली, जेकर आपां रे डायग्राम रे नूं करिए तो की है फोकस दे विचों दी की है रिफ्लैक्ट हो जाएगी। देखो फोकस दे विच दी जा रही है ना, फोकस दे विच दी की है रिफ्लैक्ट हो जाएगी। एक होर आपां रे एवें खिंचीए तो वो भी की है फोकस दे थ्रू हुंदी हुई रिफ्लैक्ट हो जाएगी। तो इत्थों आपां नूं की पता लगेगा भी जिहड़ी इमेज है कित्थे बन रही है, फोकस ते बन रही है। इमेज कित्थे बन रही है, फोकस ते बन रही है, तो वो की है बिहाइंड द मिरर, यानी मिरर तो पिछे बन रही है। तो जिहदा साइज़ की है पॉइंट साइज़ है, जिहड़ी पोजीशन है एट फोकस बिहाइंड द मिरर है। नेचर इज़ द वर्चुअल एंड इरैक्ट है। आपां पहले ही डिस्कस कर चुके सी, कोई भी इमेज जिहड़ी की है मिरर तो पिछे बनती है वो हमेशा वर्चुअल होंदी है ते इरैक्ट यानी सीधी होंदी है। साइज़ इसका की है पॉइंट साइज़ है। ये तो देखने तो ही पता लग रहा है इसका साइज़ की है पॉइंट साइज़ है। डिस्कस करते हैं नेक्स्ट केस बारे। बिटवीन इनफिनिटी एंड पोल ऑफ द मिरर, यानी इनफिनिटी ते पोल दे विचकार जदों आपां रख दिए ऑब्जैक्ट नूं तां की है रे डायग्राम किवें बनूगा। सब तो पहला आपां की है एक सेंटर ऑफ, सब तो पहला आपां एक पैरलल रे खिंचांगे। वो की है फोकस दे विचों हुंदी हुई अगे रिफ्लैक्ट हो जाएगी, यानी इधर की है वो फोकस दे विचों हुंदी हुई रिफ्लैक्ट हो जाएगी, इधरली डायरैक्शन ते की वो रिफ्लैक्ट हो जाएगी। नैक्सट आपां एक जिहड़ी सेंटर ऑफ करवेचर तो एक आपां लवांगे, यानी इत्थे जी की है सेंटर ऑफ करवेचर तो ये की है इधर नूं ही रिफ्लैक्ट बैक होएगी, ये अगे तो नहीं जाएगी, एक इत्थों ही की है वो रिफ्लैक्ट बैक हो जाएगी, इधरों ही जाएगी तो इधरों ही रिफ्लैक्ट बैक हो जाएगी। हुण आपां गल कर लईए जिहड़ियां ये इंसीडेंस रेस है कित्थे जाके मिलियां, इत्थे, यानी इसदा जिहड़ी पोजीशन है कित्थे बनी है बिटवीन पी एंड एफ, यानी बिटवीन पी एंड एफ जिहड़ा इसदा की है इमेज बनी है। इसका नेचर की है वर्चुअल एंड इरैक्ट है। अगैन एक ही है मिरर तो पिछे बनी है इस करके वर्चुअल है तो इरैक्ट है। साइज़ की है डिमिनिश्ड है, यानी अकॉर्डिंग टू जेकर आप देख लीए विथ रिस्पैक्ट टू इमेज के साइज़ के जेडे ऑब्जैक्ट के साइज़ के इमेज का साइज़ की है छोटा है, इस करके इनू आपां की कहांगे डिमिनिश्ड साइज़ है।
ਸੋ ਥੈਂਕ ਯੂ ਸਟੂਡੈਂਟ। ਹੋਪ ਤੁਹਾਨੂੰ ਅੱਜ ਦਾ ਸੈਸ਼ਨ ਵਧੀਆ ਲੱਗਿਆ ਹੋਏਗਾ। ਨੈਕਸਟ ਦਾ ਚੈਪਟਰ ਜਿਹੜਾ ਆਪਾਂ ਅੱਗੇ ਦੀ ਵੀਡੀਓਜ਼ ਦੇ ਵਿੱਚ ਕਵਰ ਕਰਾਂਗੇ। ਸੋ ਡੋਂਟ ਫੋਰਗੈਟ ਟੂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਟੂ ਆਰ YouTube ਚੈਨਲ। ਥੈਂਕ ਯੂ।